जाको हर रंग लागो इस जुग में, सो कियत है सुधा। आत्म जिने सगल वस्ता के, जाका सतगुर पुरा। दीन दुनी दे मालक धन धन श्री गुरु ग्रंथ साहिब जी, तिन्हां दी पावन पवित्र हजूरी अंदर सुभाहिमान गुरु रूप साध संगत जी, आओ विचारां दी अरबता तो पहला कलगीधर पातशाह दे वलों बख्शीश कीती हुई फतेह नाल सांझ पाइए। प्यार सत्कार विच भिज के बुलाओ जी फतेह। आखो जी वाहिगुरू जी का खालसा, वाहिगुरू जी की फतेह। प्यारियों, संसार दे अंदर चढ़दी कला वाला शब्द आपां बहुत वारी सुनते भी हाँ होर पढ़ते भी हाँ, पर यह शब्द के अंदर बहुत एक बड़ी वडियाई, बड़ी एक महानता ते बड़ी फिलोसफी छुपी हुई है। चढ़दी कला वाला शब्द बड़ी कुर्बानी मांगता है, ते याद रखना इस चढ़दी वाले कला वाले शब्द की कुर्बानी पिछे सिखा ने ही अपनी जिंदगी में सब तो वड्डियां कुर्बानियां दित्तियां। जो चढ़दी कला का शब्द है ना, ये बड़ी कुर्बानी मांगता है, बड़ा आपा भाव समर्पण होया मांगता है। इस चढ़दी कला वाले शब्द के उत्ते सिख दा किरदार, सिख दा जीवन टुकिया होया, पूरा उतर गया। इस शब्द उत्ते सिख ने अपना जीवन पूरा लगा दिता और चढ़दी कला वाला शब्द अपनी जिंदगी में प्राप्त किया। कौम ने, इतिहास ने अपनी जिंदगी दे विच बड़ियां कुर्बानियां दे के चढ़दी कला वाला शब्द प्राप्त किया। संसार विच दो तस्वीरां ने प्यारियों, एक भजन वालियां दी, एक गज्जण वालियां दी। ਜਿਹੜੇ ਭੱਜ ਜਾਂਦੇ ਨੇ ਉਹ ਢਹਿੰਦੀ ਕਲਾ ਵਾਲੇ ਹੁੰਦੇ ਨੇ, ਤੇ ਜਿਹੜੇ ਗੱਜਦੇ ਨੇ ਉਹ ਚੜ੍ਹਦੀ ਕਲਾ ਵਾਲੇ ਹੁੰਦੇ ਨੇ। ਪਰ ਗੁਰੂ ਨਾਨਕ ਤੋਂ ਪਹਿਲਾਂ ਇੱਥੇ ਭੱਜਣ ਵਾਲੇ ਬਹੁਤ ਸਨ, ਬਹੁਤ ਭੱਜਣ ਵਾਲੇ ਸਨ, ਹੋਰ ਭੱਜਦੇ ਰਹੇ। ਜਿਹੜੀਆਂ ਚੀਜ਼ਾਂ ਕਿ ਮਨੁੱਖ ਨੇ ਗੱਜਣਾ ਸੀ, ਮੁਕਾਬਲਾ ਕਰਨਾ ਸੀ, ਉਹਨਾਂ ਤੋਂ ਮਨੁੱਖ ਭਗੌੜਾ ਹੋ ਗਿਆ, ਡਰਪੋਕ ਹੋ ਗਿਆ। गुरु नानक ने कहा मनुखा चढ़दी कला नहीं तेरी। असल में चढ़दी कला का पाठ गुरु नानक ने पढ़ा दिता। जोध महाबल सूरा, योधा वो है, महाबली सूरमा वो गिणिया जाता है जिहड़ा मुश्किलों के नाल, कठिनाइयां दे नाल, दुखां दे अगे सामना करता है, सामने गजदा है। कला चढ़दी कला पढ़ लेना जां सुन लेना जां दस देना इत्थे ही रुक नहीं जाता। इस शब्द नूं अपनी जिंदगी विच किवें कमाया है मनुख ने, कीमत इसकी तां बनी है। सिख ने अपनी जिंदगी विच कमा के विखाया, जिंदगी विच दुख आया, जिंदगी विच भुख आई, जिंदगी विच कठिनाइयां आईयां, मुश्किलां आईयां, पर चढ़दी कला रही। पर किवें बनी चढ़दी कला, याद रखना है। रोज पढ़ता है सिख नानक नाम चढ़दी कला। नाम की बरकत नाल ही मनुख की चढ़दी कला बनी। सिख की जो चढ़दी कला सी ना प्यारे, नाम की बरकत नाल।
ਨਾਮ ਦੀ ਦਾਤ ਜਦੋਂ ਸਿੱਖ ਨੂੰ ਮਿਲੀ, ਪਰਮੇਸ਼ਰ ਨੇ ਜਦੋਂ ਗੁਣਾਂ ਦੀ ਦਾਤ ਦਿੱਤੀ, ਇਹਨੇ ਪਰਮੇਸ਼ਰ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਕੇ ਉਹਨਾਂ ਗੁਣਾਂ ਨੂੰ ਫੋਲੋ ਕੀਤਾ, ਆਪਣੀ ਜ਼ਿੰਦਗੀ ਵਿੱਚ ਪ੍ਰੈਕਟਿਸ ਕੀਤੀ ਉਹਨਾਂ ਗੁਣਾਂ ਦੀ, ਤੇ ਦੁਨੀਆ ਦਾ ਸੰਸਾਰ ਵਿੱਚ ਨੇ ਚੜ੍ਹਦੀ ਕਲਾ ਦਾ ਇੱਕ ਮੈਸੇਜ ਦੇ ਦਿੱਤਾ। ਆ ਹੈ ਮਨੁੱਖ ਦੀ ਚੜ੍ਹਦੀ ਕਲਾ। ਏਦਾਂ ਦੀ ਹੁੰਦੀ ਚੜ੍ਹਦੀ ਕਲਾ। ਗੁਰੂ ਨਾਨਕ ਨੇ ਆਪਣੇ ਜੀਵਨ ਕਾਲ ਵਿੱਚ ਦੱਸ ਦਿੱਤਾ, ਪਿਆਰਿਆ, ਬੁਰਾਈਆਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਇਹਨਾਂ ਸੰਸਾਰਿਕ ਦੁੱਖਾਂ ਤੋਂ ਭੱਜ ਕੇ ਜੰਗਲਾਂ ਵਿੱਚ, ਪਹਾੜਾਂ ਤੇ ਚਲੇ ਜਾਣਾ, ਇਹ ਮਨੁੱਖ ਦਾ ਸੁਭਾਅ ਨਹੀਂ। ਮਨੁੱਖ ਦਾ ਸੁਭਾਅ ਤਾਂ ਇਹ ਹੈ, ਇਹਨਾਂ ਬੁਰਾਈਆਂ ਦੇ ਨਾਲ, ਇਹਨਾਂ ਮੁਸ਼ਕਲਾਂ ਦੇ ਨਾਲ ਮੁਕਾਬਲਾ ਕੀਤਾ ਜਾਏ। ਮੁਕਾਬਲਾ ਕਰੇਗਾ ਤਾਂ ਹੀ, ਕਿਉਂਕਿ ਸਾਹਿਬ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਚੜ੍ਹਦੀ ਕਲਾ ਹੀ ਨਹੀਂ, ਬਾਹਰੋਂ ਬੜਾ ਬਲੀ ਹੈ, ਸੂਰਮਾ ਹੈ, ਉਹ ਚੜ੍ਹਦੀ ਕਲਾ। ਕਈ ਵਾਰ ਸੂਰਮੇ ਵੀ ਢਹਿੰਦੀ ਕਲਾ ਦੇ ਵਾਲੇ ਵੇਖੇ ਨੇ, ਕਈ ਵਾਰ ਬਾਹਰੋਂ ਤਾਕਤ ਵਾਲੇ ਬੰਦੇ ਵੀ ਸੁਸਾਈਡ ਕਰਦੇ ਵੇਖੇ ਨੇ, ਮਰਦੇ ਹੋਏ ਵੇਖੇ ਨੇ, ਜ਼ਿੰਦਗੀ ਦੀਆਂ ਕਮਜ਼ੋਰੀਆਂ ਕਰਕੇ, ਜੀਵਨ ਦੇ ਦੁੱਖਾਂ ਕਰਕੇ ਬੰਦਾ ਗਲ ਵਿੱਚ ਫਾਹ ਪਾ ਕੇ ਮੌਤ ਦੇ ਤਖਤੇ ਤੇ ਚੜ੍ਹਦੇ ਹੋਏ ਲੋਕ ਵੇਖੇ। ਉਹ ਚੜ੍ਹਦੀ ਕਲਾ ਨਹੀਂ। ਬਾਹਰੋਂ ਤਾਂ ਬੜੀ ਤਾਕਤ ਸੀ, ਬਾਹਰੋਂ ਤਾਂ ਬੜਾ ਘਰ ਸੀ, ਬੜਾ ਵੱਡਾ ਘਰ ਸੀ, ਧਨ ਬੜਾ ਵੱਡਾ ਸੀ, ਗੱਡੀ ਬਹੁਤ ਵੱਡੀ ਸੀ, ਪਰ ਸਿਆਣੇ ਕਹਿੰਦੇ ਨੇ ਮਰਿਆ ਕਿਉਂ? ਇਹਦੀ ਮੌਤ ਕਿਉਂ ਹੋਈ? ਕਿਉਂਕਿ ਬਾਹਰੋਂ ਵੇਖਣ ਨੂੰ ਤਾਂ ਬੜਾ ਚੰਗਾ ਲੱਗ ਰਿਹਾ ਸੀ, ਪਰ ਪਿਆਰਿਓ, ਅੱਜ ਤਾਂ ਗੁਰੂ ਨਾਨਕ ਨੇ ਮੈਸੇਜ ਪੜ੍ਹਾਇਆ ਸਾਨੂੰ, ਇਹ ਪਾਠ ਪੜ੍ਹਾਇਆ, ਮੇਰੇ ਸਿੱਖਾ, ਅੰਦਰੋਂ ਇੰਨਾ ਤਾਕਤਵਰ ਹੋ ਜਾਈਂ, ਤੇਰੇ ਅੰਦਰ ਦੀ ਚੜ੍ਹਦੀ ਕਲਾ ਹੋਵੇ, ਬਾਹਰ ਤੇਰੇ ਸੁਭਾਅ ਨੂੰ, ਕਿਰਦਾਰ ਨੂੰ ਵੇਖ ਕੇ ਲੋਕ ਵੀ ਕਹਿਣੇ ਸਿੰਘ ਚੜ੍ਹਦੀ ਕਲਾ ਵਾਲਾ ਹੈ। ਇਹ ਗੁਰੂ ਨਾਨਕ ਦਾ ਸਿੱਖ ਕਰਨੀ ਔਰ ਕਥਨੀ ਵਿੱਚ ਪੂਰਾ ਹੈ, ਕਿਉਂਕਿ ਇਹਨੂੰ ਚੜ੍ਹਦੀ ਕਲਾ ਨਾਮ ਵੱਲੋਂ ਮਿਲੀ ਹੈ, ਗੁਣਾਂ ਵੱਲੋਂ। ਜਿਹੜੇ ਭੱਜਣ ਵਾਲੇ ਸਨ, ਭੱਜਣ ਵਾਲਿਆਂ ਦੀ ਤਸਵੀਰ ਇਹ ਸੀ, ਭੱਜ ਗਏ ਤੇ ਗੁਰੂ ਸਾਹਿਬ ਨੇ ਸਮਝਾਇਆ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਜਿਹਨੂੰ ਗੁਣਾਂ ਦਾ ਰੰਗ ਲੱਗ ਗਿਆ, ਪਰਮੇਸ਼ਰ ਦੀ ਵਡਿਆਈ ਦਾ ਰੰਗ ਲੱਗ ਗਿਆ, ਸੋ ਕਈਤ ਹੈ ਸੂਰਾ। ਸੂਰਮਾ ਕਿਨ? ਆਤਮ ਜਿਨੈ, ਆਪਣੇ ਆਪ ਨੂੰ ਜਿੱਤਣਾ ਹੈ, ਜਿੱਤ ਸਕਣਾ ਆਪਣੇ ਆਪ ਨੂੰ। ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਨੇ ਆਪਣੇ ਆਪ ਨੂੰ ਜਿੱਤ ਲਿਆ, ਜਿਨੇ ਬੁਰਾਈਆਂ ਤੇ, ਮੁਸ਼ਕਲਾਂ ਤੇ ਕਾਬੂ ਕਰ ਲਿਆ, ਉਹੀ ਅਸਲ ਸੂਰਮਾ ਸੀ। ਸੂਰਮੇ ਦੇ ਗੁਣ ਸਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆ ਸੂਰਮਾ ਹੈ, ਇਹ ਚੜ੍ਹਦੀ ਕਲਾ ਹੈ। ਇਹ ਚੜ੍ਹਦੀ ਕਲਾ ਦਾ ਮੈਸੇਜ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਮਝਾਇਆ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਆਪਣੇ ਸਿੱਖ ਨੂੰ ਚੜ੍ਹਦੀ ਕਲਾ ਦਾ ਮੈਸੇਜ ਦਿੱਤਾ, ਮੇਰੇ ਪਿਆਰਿਆ, ਆਪਣੀ ਜ਼ਿੰਦਗੀ ਵਿੱਚ ਏਦਾਂ ਰਹੀ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੈ ਪਰਸੈ ਨਾਹਿਣ, ਤਹਿ ਕਟ ਬ੍ਰਹਮ ਨਿਵਾਸਾ। ਆ ਹੈ ਮੇਰੇ ਪਿਆਰੇ ਸਿੱਖ ਦੀ ਚੜ੍ਹਦੀ ਕਲਾ। ਜਿੱਥੇ ਕਾਮ ਨਾ ਹੋਵੇ, ਜਿੱਥੇ ਕ੍ਰੋਧ ਨਾ ਹੋਵੇ, ਜਿੱਥੇ ਆਸਾ ਮਨਸਾ ਦੀ ਪਕੜ ਨਾ ਹੋਵੇ, ਤੇ ਹਿਰਦੇ ਵਿੱਚ ਕੀ ਹੋਵੇ? ਬ੍ਰਹਮ ਨਿਵਾਸਾ, ਬ੍ਰਹਮ ਪ੍ਰਮਾਤਮਾ ਦੇ ਗੁਣ ਹੋਣ। ਜਿਹੜੇ ਪਹਾੜਾਂ ਤੇ ਬੈਠੇ ਸਨ ਨਾ ਜੀ, ਜ਼ਿੰਦਗੀ ਦੀਆਂ ਕਠਿਨਾਈਆਂ ਤੋਂ, ਮੁਸ਼ਕਲਾਂ ਤੋਂ, ਭਗਤ ਸਾਹਿਬਾਨ ਨੇ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ ਦੇ ਸ਼ਬਦ ਫਰਮਾਨ ਦੇ ਕੇ ਮਨੁੱਖ ਨੂੰ ਸਮਝਾਇਆ, ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ। ਚੜ੍ਹਦੀ ਕਲਾ ਇਹ ਹੈ, ਜੇ ਭਗਤ ਸਾਹਿਬਾਨਾਂ ਦਾ ਜੀਵਨ ਵੇਖਿਆ ਜਾਏ, ਵਕਤ ਦੇ ਰਾਜਿਆਂ ਨੇ, ਲੋਧੀਆਂ ਦੀਆਂ ਸਰਕਾਰਾਂ ਨੇ ਯਤਨ ਕੀਤੇ ਭਗਤ ਸਾਹਿਬਾਨਾਂ ਨੂੰ, ਭਗਤ ਕਬੀਰ ਜੀ ਨੂੰ ਡਰਾਉਣ ਦੇ, ਧਮਕਾਉਣ ਦੇ। ਜਦੋਂ ਗੁਣਾਂ ਨਾਲ, ਪਰਮੇਸ਼ਰ ਦੇ ਰੱਬੀ ਗੁਣਾਂ ਨਾਲ ਸਾਂਝ ਪਈ, ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਵੇਖ ਲਓ, ਘਬਰਾਏ ਨਹੀਂ, ਡੋਲੇ ਨਹੀਂ। ਵਕਤ ਦੇ ਰਾਜੇ ਨੇ ਬੜਾ ਤਸ਼ੱਦਦ ਢਾਇਆ, ਪਰ ਚੜ੍ਹਦੀ ਕਲਾ ਵਾਲਾ ਸੂਰਮਾ, ਕੁਰਬਾਨ ਹੋਣ ਵਾਲਾ,
ਆਪਣੇ ਕਰਨੀ ਔਰ ਕਥਨੀ ਵਿੱਚ ਜਿਨ੍ਹਾਂ ਨੂੰ ਭਗਤਾਂ ਨੂੰ ਅਸੀਂ ਕਹਿੰਦੇ ਆ ਵਖਤ ਦੇ ਸੂਰਮੇ ਸਨ, ਵਖਤ ਦੇ ਬਹਾਦਰ ਸਨ। ਇਹ ਚੜ੍ਹਦੀ ਕਲਾ 'ਚ ਰਹੇ। ਜੀਵਨ ਇਦਾਂ ਦਾ ਚੜ੍ਹਦੀ ਕਲਾ ਦਾ ਜਿੱਦਣ ਹੋਵੇਗਾ ਨਾ ਪਿਆਰਿਓ, ਉਦਣ ਆਨੰਦ ਵੱਖਰਾ ਹੋਣਾ ਹੈ। ਜਾਤ ਕਰਕੇ ਗ੍ਰਾਮ ਨੇ ਯਤਨ ਕੀਤੇ, ਲੋਕਾਂ ਨੇ ਮਾੜੀ ਸ਼ਬਦਾਵਲੀ ਜਿਹੜੀ ਉਹਨਾਂ ਦੀ ਲੈਂਗੁਏਜ ਸੀ ਉਹਨਾਂ ਦੇ ਪ੍ਰਤੀ ਮਾੜੀ ਤੋਂ ਮਾੜੀ ਯੂਜ਼ ਕੀਤੀ ਗਈ, ਵਰਤੀ ਗਈ, ਤਾਂ ਕਿ ਇਹ ਘਬਰਾ ਜਾਣ, ਡਰ ਜਾਣ। ਕੋਈ ਸ਼ਿਵਾ ਕਹਿੰਦਾ, ਕੋਈ ਨਾਈ ਕਹਿੰਦਾ, ਕੋਈ ਚੀਵਰ ਕਹਿੰਦਾ, ਕੋਈ ਮਰਾਸੀ ਕਹਿੰਦਾ। ਇਹ ਸ਼ਬਦ ਬੋਲ ਬੋਲ ਕੇ ਉਹਨਾਂ ਨੂੰ ਡਰਾਉਣ ਦੇ ਯਤਨ ਕੀਤੇ ਗਏ, ਆਤਮਿਕ ਬਲ ਡੇਗਣ ਦੇ ਯਤਨ ਕੀਤੇ ਜਾਏ। ਪਰ ਪਿਆਰਿਓ, ਜਿਹੜੇ ਅੰਦਰੋਂ ਚੜ੍ਹਦੀ ਕਲਾ ਦੇ ਸੂਰਮੇ ਸਨ, ਉਹ ਕਹਿੰਦੇ ਮਨ ਨਾ ਡਿਗਾ ਤਨ ਕਾਹੇ ਕੋ ਡਰਾਏ। ਆ ਹੈ ਚੜ੍ਹਦੀ ਕਲਾ। ਚਰਨ ਕਮਲ ਚਿਤ ਰਿਹਾ ਸਮਾਏ। ਇੱਥੇ ਗੰਗਾ 'ਚ ਡੋਬਣ ਵਾਲੇ ਸਨ, ਹਾਥੀਆਂ ਦੇ ਪੈਰਾਂ ਥੱਲੇ ਮਰਨ ਵਾਲੇ ਸਨ। ਵਖਤ ਦੇ ਰਾਜੇ ਭਗਤ ਸਾਹਿਬਾਨਾਂ ਨੂੰ ਚੌਂਕ ਦੇ ਕਟਹਿਰਿਆਂ ਵਿੱਚ ਖੜੇ ਕਰਕੇ ਸਜ਼ਾ ਦੇਣ ਵਾਲੇ ਸਨ। ਪਰ ਆਪਣੀ ਜ਼ੁਬਾਨ ਤੋਂ ਬੋਲਣ ਵਾਲੇ ਸੂਰਮੇ ਆਪਣੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਲੈ ਕੇ ਆਉਣ ਵਾਲੇ ਕਹਿੰਦੇ ਸਨ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਆ ਹੈ ਆਨੰਦ ਚੜ੍ਹਦੀ ਕਲਾ ਦਾ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਆਹ ਗੁਣ ਕਮਾਏ ਨੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ। ਜਿਹੜੇ ਲੜਨ ਵਾਲੇ ਸਨ, ਸਾਹਮਣੇ ਖਲੋ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਪਏ, ਘਬਰਾਏ ਨਹੀਂ। ਪਰ ਜਿਹੜੇ ਭੱਜਣ ਵਾਲੇ ਸਨ, ਸਹੂਲਤਾਂ ਵੀ ਬੜੀਆਂ ਸਨ, ਸੁੱਖ ਵੀ ਬੜੇ ਸਨ, ਪਰ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ, ਪ੍ਰੋਬਲਮਾਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਭਾਵ ਇਹ ਸੰਸਾਰ ਦੇ ਜਗਤ ਜਲੰਦੇ ਤੋਂ ਬਚਣ ਵਾਸਤੇ, ਕਿਉਂਕਿ ਪਰਿਵਾਰ ਵਿੱਚ ਰਹਿਣਾ ਹੈ, ਮੁਸ਼ਕਲਾਂ ਤੇ ਆਉਣੀਆਂ ਨੇ, ਪਰ ਮੁਕਾਬਲਾ ਕਿਵੇਂ ਕਰਨਾ ਹੈ, ਮੇਰੇ ਗੁਰੂ ਨਾਨਕ ਸੂਰਮੇ ਨੇ ਦੱਸੀ ਗੱਲ। ਗੁਰੂ ਨਾਨਕ ਦਾ ਜੀਵਨ ਇੱਕ ਚੜ੍ਹਦੀ ਕਲਾ ਵਾਲਾ ਮੈਸੇਜ ਹੈ ਸਿੱਖ ਦੇ ਸਾਹਮਣੇ, ਜਿਹਨੇ ਸਿੱਖ ਨੂੰ ਪੜ੍ਹਾ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਹ ਮੇਰਿਆ ਭਲਿਆ ਸਿੱਖਾ, ਭੱਜੀ ਨਾ, ਇੱਥੇ ਦੁਨੀਆ 'ਚ ਰਹਿ ਕੇ ਕਿਰਤ ਕਰਕੇ ਵਿਖਾਈ। ਜਿਹੜੇ ਕਿਰਤੀ ਨੂੰ ਅੱਜ ਮਾੜਾ ਕਹਿੰਦੇ ਨੇ, ਗੁਰੂ ਨਾਨਕ ਨੇ ਹਲ ਚੱਲ ਕੇ ਵਿਖਾਇਆ, ਪੈਸਾ ਧਨ ਕਮਾ ਕੇ ਵਿਖਾਇਆ, ਕਿਰਤ ਕੀਤੀ, ਪਰਮੇਸ਼ਰ ਦੇ ਨਾਮ ਨੂੰ ਇਸ ਪਰਿਵਾਰ ਵਿੱਚ ਬਹਿ ਕੇ ਜਪਿਆ, ਗ੍ਰਸਤ ਪਰਿਵਾਰ ਵਿੱਚ ਰਹਿ ਕੇ ਸੰਭਾਲ ਕੀਤੀ ਤੇ ਵੰਡ ਕੇ ਛਕਿਆ। ਜਿਨ੍ਹਾਂ ਨੂੰ ਲੋਕ ਖੋਹਦੇ ਸਨ, ਜਿਨ੍ਹਾਂ ਕੋਲੋਂ ਖਾ ਲੈਂਦੇ ਸਨ, ਉਹਨਾਂ ਨੂੰ ਗੁਰੂ ਨਾਨਕ ਨੇ ਢਿੱਡ ਭਰ ਕੇ ਵਿਖਾਇਆ। ਆ ਹੈ ਚੜ੍ਹਦੀ ਕਲਾ ਗੁਰੂ ਨਾਨਕ ਦੀ। ਜਦੋਂ ਸੁਮੇਰ ਪਰਬਤ ਤੇ ਸਿੱਧਾਂ ਦੇ ਨਾਲ ਵਿਚਾਰਾਂ ਹੁੰਦੀਆਂ ਨੇ, ਉਹ ਇਹੀ ਤਾਂ ਗੱਲ ਕਹਿੰਦੇ ਨੇ, ਤੂੰ ਪਰਿਵਾਰ ਗ੍ਰਸਤ ਵਿੱਚ ਰਹਿ ਕੇ ਗੁਰੂ ਨਾਨਕ ਕਿੱਦਾਂ ਕਾਮਯਾਬੀ ਪਾ ਲਈ, ਬੰਦਗੀ ਕਿੱਦਾਂ ਕੀਤੀ। ਇਹ ਚੀਜ਼ਾਂ ਤੁਸੀਂ ਭੱਜ ਗਿਆ। ਗੁਰੂ ਨਾਨਕ ਦੀ ਕਮਾਈ ਨੂੰ ਵੇਖ ਕੇ, ਗੁਰੂ ਨਾਨਕ ਦੇ ਜੀਵਨ ਦੀ ਚੜ੍ਹਦੀ ਕਲਾ ਨੂੰ ਵੇਖ ਕੇ, ਪਰਿਵਾਰ ਵਿੱਚ ਵਿਚਰਦਿਆਂ ਹੋਇਆਂ, ਸਮਾਜ ਵਿੱਚ ਵਿਚਰਦਿਆਂ ਹੋਇਆਂ, ਇਸ ਦੁਨੀਆ 'ਚ ਵਿਚਰਦਿਆਂ ਹੋਇਆਂ, ਇਹ ਤਸਵੀਰਾਂ ਜਦੋਂ ਵੇਖੀਆਂ, ਗੁਰੂ ਨਾਨਕ ਨੇ ਆਪਣੀ ਤਸਵੀਰ, ਆਪਣੀ ਜ਼ਿੰਦਗੀ ਦੀ ਉਹਨਾਂ ਦੇ ਸਾਹਮਣੇ ਬਿਆਨ ਕੀਤੀ। ਜਦੋਂ ਬਿਆਨ ਕੀਤੀ ਨਾ, ਸਿੱਧਾਂ ਦੇ ਸਿਰ ਝੁਕ ਕੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਆ ਹੈ ਗੁਰੂ ਨਾਨਕ ਦੀ ਚੜ੍ਹਦੀ ਕਲਾ। ਜਦੋਂ ਸਿੱਧਾਂ ਤੋਂ ਇਹ ਸ਼ਬਦ ਨਿਕਲੇ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਇੱਥੋਂ ਪ੍ਰਤੀਤ ਹੋ ਜਾਂਦਾ ਹੈ, ਮੇਰੇ ਬਾਬਾ ਜੀ ਚੜ੍ਹਦੀ ਕਲਾ ਕਿੱਦਾਂ ਦੀ ਹੈ। ਵੱਡੀ ਦਸਤਾਰ ਬਣ ਕੇ ਜਾਂ ਵੱਡੇ ਮਹਿੰਗੇ ਕੱਪੜੇ ਪਾ ਕੇ ਚੜ੍ਹਦੀ ਕਲਾ ਨਹੀਂ ਆ ਜਾਣੀ, ਜਾਂ ਚਿੱਟੇ ਚੋੜੇ ਪਾ ਕੇ ਚੜ੍ਹਦੀ ਕਲਾ ਨਹੀਂ ਆ ਜਾਣੀ। ਉਸ ਚੜ੍ਹਦੀ ਕਲਾ ਦੀ ਕੁਰਬਾਨੀ ਕੀ ਹੈ, ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਕਰਕੇ ਵਿਖਾਈ। ਅਸੀਂ ਰੋਜ਼ ਪੜ੍ਹਦੇ ਹਾਂ ਚੜ੍ਹਦੀ ਕਲਾ ਵਾਲਿਆਂ ਨੂੰ, ਰੋਜ਼ ਦਿਨ 'ਚ 2 ਵਾਰੀ ਯਾਦ ਕਰਦਾ ਸਿੱਖ। ਗੁਰਦੁਆਰੇ ਵੀ, ਆਮ ਆਪਣੇ ਘਰਾਂ 'ਚ ਵੀ ਯਾਦ ਕਰਦੇ ਨੇ, ਜਿਹੜੇ ਅਰਦਾਸ ਕਰਦੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਨਹੀਂ ਹਾਰਿਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਨਹੀਂ ਹਾਰਿਆ। ਉਹਨਾਂ ਨੇ ਕੀ ਸੀ, ਚੜ੍ਹਦੀ ਕਲਾ ਸੰਭਾਲੀ, ਕਮਾਈ ਆਪਣੀ ਜ਼ਿੰਦਗੀ ਵਿੱਚ, ਉਹ ਗੁਣਾਂ ਨੂੰ ਫੋਲੋ ਕੀਤਾ, ਕਮਾ ਕੇ ਵਿਖਾਇਆ, ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।
ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਜਿਹੜੇ ਨਾਲ ਨਿਭਾਉਣ ਵਾਲੇ ਸਨ ਨਾ, ਸਿੱਖੀ ਨੂੰ ਸਵਾਸਾਂ ਦੇ ਨਾਲ ਨਿਭਾਉਣ ਵਾਲੇ ਸਨ, ਧਰਮ ਨਹੀਂ ਹਾਰਦੇ ਸਨ, ਉਹ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਨੂੰ ਕਮਾਉਂਦੇ ਨੇ। ਉਹ ਚੜ੍ਹਦੀ ਕਲਾ ਨੂੰ ਕਮਾ ਕੇ ਵਿਖਾਉਂਦੇ ਪਏ ਨੇ। ਇੱਥੇ ਪਿਆਰਿਓ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਸੀਸ ਵਿੱਚ ਰੇਤ ਪਾਈ ਗਈ, ਦੇਗ ਵਿੱਚ ਉਬਾਲਿਆ ਗਿਆ, ਰੂਹ ਵਿੱਚ ਵਲੇਟ ਕੇ ਸਾੜਿਆ ਗਿਆ। ਮੀਰ ਮੰਨੂ ਨੇ ਅੱਤ ਦੇ ਤਸ਼ੱਦਦ ਦਿੱਤੇ, ਆਕਾਸ਼ ਵਿੱਚ ਮਾਵਾਂ ਦੇ ਪੁੱਤਰਾਂ ਨੂੰ ਸੁੱਟ ਕੇ ਛਾਤੀਆਂ ਨੇਜਿਆਂ ਵਿੱਚ ਪਰੋ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨ ਦਿੱਤਾ। ਇੱਥੇ ਚਰਖੀਆਂ ਤੇ ਚੜਾਇਆ ਗਿਆ, ਆਰਿਆਂ ਨਾਲ ਤਨ ਨੂੰ ਦੋ ਫੜ ਕਰ ਦਿੱਤਾ, ਬੰਦ ਕੱਟ ਦਿੱਤੇ ਗਏ, ਜਮੂਰਾਂ ਨਾਲ ਅੱਖਾਂ ਬਾਹਰ ਕੱਢ ਦਿੱਤੀਆਂ ਗਈਆਂ। ਸਿੱਖ ਫਿਰ ਵੀ ਕਹਿੰਦਾ ਸੀ ਚੜ੍ਹਦੀ ਕਲਾ ਹੈ। ਹੈਰਾਨਗੀ ਦੀ ਗੱਲ ਹੈ, ਫਿਰ ਸਿੱਖ ਫਿਰ ਵੀ ਕਹਿੰਦਾ ਸੀ। ਪਿਆਰਿਓ ਬੜੀ ਕੁਰਬਾਨੀ ਇਸ ਸ਼ਬਦ ਦੀ ਹੈ। ਸਿੱਖ ਭੁੱਖਾ ਹੁੰਦਾ ਸੀ, ਸਿੱਖ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਹੁੰਦੀਆਂ ਸਨ, ਸਿੱਖ ਦੀ ਜ਼ਿੰਦਗੀ ਘਰੋਗੀ ਪ੍ਰੋਬਲਮ ਨਾਲ ਭਰੀ ਹੁੰਦੀ ਸੀ, ਸਿੱਖ ਦੀ ਜ਼ਿੰਦਗੀ ਵਿੱਚ ਬਿਮਾਰੀ ਹੁੰਦੀ ਸੀ, ਸਿੱਖ ਦੀ ਜ਼ਿੰਦਗੀ ਵਿੱਚ ਅੱਤ ਦੁੱਖ ਕਹਿਰ ਢਿਆ ਹੁੰਦਾ ਸੀ। ਇੰਨਾ ਦੁਖੀ ਹੋਣ ਤੋਂ ਬਾਅਦ, ਇੰਨੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨ ਤੋਂ ਬਾਅਦ ਜਦੋਂ ਦੁਨੀਆ 'ਚ ਸੰਸਾਰ 'ਚ ਵਿਚਰਦਾ ਸੀ, ਲੋਕ ਪੁੱਛਦੇ ਨੇ ਭਾਈ ਕਿਵੇਂ ਆ? ਸਿੱਖ ਮਾਂ ਨਾਲ ਕਹਿੰਦਾ ਸੀ ਚੜ੍ਹਦੀ ਕਲਾ ਹੈ। ਅਸੀਂ ਸ਼ਬਦ ਕਦੀ ਦੁੱਖ ਵਾਲਾ ਨਹੀਂ ਵਰਤਿਆ। ਸਿੱਖ ਨੂੰ ਇਹ ਗੁਰੂ ਵੱਲੋਂ ਦਾਤ ਮਿਲੀ ਹੈ, ਜਿਹਨੂੰ ਅਸੀਂ ਆਪਾਂ ਸੰਭਾਲ ਕੇ ਰੱਖਣਾ ਸੀ। ਪਰ ਕਦੋਂ ਕਹਿੰਦੇ ਸਨ ਨਾਨਕ ਨਾਮ ਚੜ੍ਹਦੀ ਕਲਾ। ਚੜ੍ਹਦੀ ਕਲਾ ਉਦੋਂ ਬਣੀ ਸੀ ਡੰਡੋਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉਹ ਕਹਿੰਦਾ ਸੀ, ਜਿਹੜਾ ਕਹਿੰਦਾ ਡੋਲਣ ਤੇ ਰਾਖੋ ਪ੍ਰਭੂ, ਉਹ ਕਹਿੰਦਾ ਚੜ੍ਹਦੀ ਕਲਾ। ਜਿਹੜਾ ਆਪ ਡੋਲਿਆ ਹੋਇਆ, ਆਪ ਘਬਰਾਇਆ ਹੋਇਆ, ਜਿੰਦਾ ਆਪਣਾ ਕੋਈ ਸਟੈਂਡ ਹੀ ਨਹੀਂ, ਜਿਹੜਾ ਰੁਲਿਆ ਹੋਇਆ ਵਿਕਾਰਾਂ ਵਿੱਚ, ਸੰਸਾਰ ਦੀਆਂ ਬੁਰਾਈਆਂ ਵਿੱਚ ਫਸੇ, ਉਹ ਕਿਵੇਂ ਕਹਿ ਸਕਦਾ ਚੜ੍ਹਦੀ ਕਲਾ? ਉਹ ਨਹੀਂ ਕਹਿ ਸਕਦਾ। ਜਿਹੜਾ ਮਾਂ ਨਾਲ ਕਹਿੰਦਾ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਉਹ ਕਹਿੰਦਾ ਚੜ੍ਹਦੀ ਕਲਾ। ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ, ਕਬੂ ਨਾ ਡੋਲੇ। ਉਹ ਆਪਣੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਦੇ ਸ਼ਬਦ ਨੂੰ ਕਮਾਉਂਦਾ ਹੈ। ਗੁਣ ਨੇ ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਣਾ ਹੋਵਣਾ ਸਾਬਰ ਸਿਦਕ ਸ਼ਹੀਦ, ਪਰਮ ਪਉ ਖੋਵਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਆਹ ਹੈ ਸੂਰਮੇ ਦੇ ਗੁਣ, ਇਹ ਮੁਰੀਦ ਦੇ ਗੁਣ ਨੇ, ਇਹ ਚੜ੍ਹਦੀ ਕਲਾ ਦੇ ਗੁਣ ਨੇ, ਜਿਨੇ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਕਮਾਈ। ਇਤਿਹਾਸ ਜ਼ਕਰੀਆ ਖਾਂ ਕਹਿੰਦਾ ਸਿੱਖ ਖਤਮ ਹੋ ਗਏ ਜਦੋਂ ਸਾਡੀ ਆਪਸੀ ਪਿਆਰ ਸੀ, ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਸੀ। ਅੱਜ ਬਹੁਤ ਘੱਟ ਹੈ। ਚੜ੍ਹਦੀ ਕਲਾ ਕਹਿੰਦਾ ਪਿਆ ਪਰ ਕਮਾਉਂਦਾ ਘੱਟ ਪਿਆ। ਜ਼ਿੰਦਗੀ ਦੇ ਦੁੱਖਾਂ ਕਰਕੇ ਫਿਰ ਘੜੀ ਕੋ ਪਿੱਛੋਂ ਰੋਣ ਲੱਗ ਜਾਂਦਾ, ਬਾਹਰ ਕਹਿ ਤੇ ਦਿੰਦਾ ਚੜ੍ਹਦੀ ਕਲਾ। ਹੁਣ ਕੀ ਹੈ, ਉਦੋਂ ਜ਼ਿੰਦਗੀ ਦੀ ਮੁਸ਼ਕਲਾਂ ਬੜੀਆਂ ਸਨ, ਸਿੱਖ ਬਾਹਰ ਮਾਨ ਨਾਲ ਚੜ੍ਹਦੀ ਕਲਾ ਕਹਿੰਦਾ ਸੀ। ਅੱਜ ਅੰਦਰ ਇੰਨੀਆਂ ਸਹੂਲਤਾਂ ਨੇ, ਅੰਦਰ ਇੰਨੇ ਸੁੱਖ ਨੇ, ਅੰਦਰ ਇੰਨੇ ਆਰਾਮ ਨੇ, ਬੰਦਾ ਬਾਹਰੋਂ ਚੜ੍ਹਦੀ ਕਲਾ ਕਹਿ ਦਿੰਦਾ ਹੈ ਪਰ ਘੜੀ ਕੋ ਪਿੱਛੋਂ ਰੋਣ ਵੀ ਲੱਗ ਜਾਂਦਾ। ਪਰ ਉਦੋਂ ਵਾਕਈ ਹਕੀਕਤ ਵਿੱਚ ਦੁਖੀ ਸੀ। ਰਹਿਣ ਨੂੰ ਚੰਗਾ ਨਹੀਂ ਸੀ, ਖਾਣ ਨੂੰ ਚੰਗਾ ਨਹੀਂ ਸੀ, ਪਹਿਨਣ ਨੂੰ ਚੰਗਾ ਨਹੀਂ ਸੀ। ਮੁਸ਼ਕਲਾਂ ਤੇ ਮੁਸ਼ਕਲਾਂ ਢਹਿੰਦੀਆਂ ਸਨ ਸਾਡੇ ਬਜ਼ੁਰਗਾਂ ਤੇ। ਉਹਨਾਂ ਨੇ 1 ਸਦੀ ਤੋਂ ਜ਼ਿਆਦਾ ਸਮਾਂ ਵੀ ਜੰਗਲਾਂ 'ਚ ਬਿਤਾ ਕੇ ਆਪਣੀ ਚੜ੍ਹਦੀ ਕਲਾ ਦੇ ਸ਼ਬਦ ਨੂੰ ਕਮਾਉਂਦੇ ਰਹੇ। ਮਾਣ ਕਰੀ ਆਪਣੇ ਬਾਬਿਆਂ ਤੇ। ਬੋਤਾ ਸਿੰਘ ਤੇ ਭਾਈ ਗਰਜਾ ਸਿੰਘ 2 ਛੋਟੇ ਲੈ ਕੇ ਜ਼ਕਰੀਆ ਖਾਂ ਨੂੰ ਚਿੱਠੀ ਲਿਖਦਿਆਂ ਮੈਸੇਜ ਦਿੰਦੇ ਪਏ ਨੇ, ਟੈਕਸ ਲੈਂਦੇ ਪਏ ਨੇ, ਤੇ ਦੁਨੀਆ ਨੂੰ ਆਉਣ ਜਾਣ ਵਾਲੇ ਰਾਹੀਆਂ ਨੂੰ ਦੱਸਦੇ ਨੇ ਖਾਲਸਾ ਰਾਜ ਆ ਗਿਆ, ਖਾਲਸਾ ਰਾਜ ਚੜ੍ਹਦੀ ਕਲਾ 'ਚ ਹੈ। ਤੇ ਔਰੰਗ ਜ਼ਕਰੀਆ ਖਾਂ ਨੂੰ ਮੈਸੇਜ ਦੇ ਦਿੱਤਾ, ਜ਼ਕਰੀਆ ਖਾਂ ਤੂੰ ਸਾਡੀ ਚੜ੍ਹਦੀ ਕਲਾ ਵਾਲਾ ਰਾਜ ਖੋ ਨਹੀਂ ਸਕਦਾ। ਜਿੰਨਾ ਚਿਰ ਸਿੱਖ ਜਿਉਂਦੇ ਨੇ ਨਾ ਚੜ੍ਹਦੀ ਕਲਾ ਵਾਲਾ ਰਾਜ ਸਦਾ ਹੀ ਰਹੇਗਾ। ਮਾਣ ਕਰੀ ਆਪਣੇ ਬਾਬਿਆਂ ਤੇ, ਜਿਨ੍ਹਾਂ ਨੇ ਚੜ੍ਹਦੀ ਕਲਾ ਦੇ ਸ਼ਬਦ ਨੂੰ ਕਿਵੇਂ ਕਮਾਇਆ ਆਪਣੇ ਜੀਵਨ ਵਿੱਚ।
ਕਮਾ ਕੇ ਵਿਖਾਣਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਛੀਵਾੜੇ ਵਿੱਚ ਸਭ ਕੁਝ ਕੁਰਬਾਨ ਕਰਕੇ ਬੈਠੇ ਨੇ। ਆਪਣੇ ਗੁਰੂ ਦੇ ਮਾਨ ਕਰੀ, ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਫਿਰ ਲਿਖਦੇ ਪਏ ਨੇ। ਵਾਹ ਮੇਰੇ ਦਸ਼ਮੇਸ਼, ਮੇਰੇ ਕਲਗੀਧਰ ਪਾਤਸ਼ਾਹ, ਤੁਹਾਡੇ ਚਰਨਾਂ 'ਚ ਸਿਰ ਝੁਕ ਜਾਂਦਾ ਹੈ। ਸਭ ਕੁਝ ਕੁਰਬਾਨ ਹੋ ਗਿਆ, ਘਰ ਨਹੀਂ ਬਚਿਆ, ਰਾਜ ਨਹੀਂ ਬਚਿਆ, ਧੀਆਂ ਜਿਹੜੇ ਪੁੱਤਰ ਸਨ ਚਾਰੇ ਦੇ ਚਾਰੇ ਕੁਰਬਾਨ ਹੋ ਗਏ, ਮਾਤਾ ਸ਼ਹੀਦ ਹੋ ਗਈ, ਪਿਤਾ ਸ਼ਹੀਦ ਹੋ ਗਿਆ। ਪਿਆਰਿਓ, ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ, ਚੜ੍ਹਦੀ ਕਲਾ ਕਿੱਡੀ ਵੱਡੀ ਕੁਰਬਾਨੀ ਮੰਗਦਾ ਹੈ। ਪੜਨ ਵਾਲਿਓ, ਪਿਆਰਿਓ, ਮੇਰੇ ਸਿੱਖੋ, ਇਸ ਸ਼ਬਦ ਨੂੰ ਕਮਾਣਾ ਪੈਣਾ ਹੈ। ਬੜੀ ਕੁਰਬਾਨੀ ਹੈ ਚੜ੍ਹਦੀ ਕਲਾ ਦੀ। ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ ਮੇਰਾ ਗੁਰੂ ਲਿਖ ਕੇ ਦੱਸਦਾ ਪਿਆ ਹੈ। ਔਰੰਗਜ਼ੇਬ, ਮੇਰਾ ਸਭ ਕੁਝ ਖੋਣ ਤੋਂ ਬਾਅਦ ਵੀ ਮੈਂ ਚੜ੍ਹਦੀ ਕਲਾ ਚ ਇਹ ਨਾ ਸੋਚੀ ਮੈਂ ਡਰ ਗਿਆ ਵਾਂ, ਇਹ ਨਾ ਸੋਚੀ ਮੈਂ ਘਬਰਾ ਗਿਆ, ਕਿਉਂਕਿ ਕਮਾਏ ਹੋਏ ਸ਼ਬਦ ਨੂੰ ਲੜੈ ਦੀਨ ਕੇ ਹੈ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ। ਪਿਛਾਂ ਪੈਰ ਨਹੀਂ ਹਟਾਇਆ। ਇਹ ਚੜ੍ਹਦੀ ਕਲਾ ਦਾ ਗੁਣ ਸੀ ਜਿਹੜਾ ਗੁਰੂ ਨਾਨਕ ਨੇ ਸਿੱਖ ਦੇ ਜੀਵਨ ਵਿੱਚ ਭਰਿਆ। ਰਹਿੰਦੀ ਦੁਨੀਆ ਵਿੱਚ ਸਿੱਖ ਨੇ ਕਮਾ ਕੇ ਵਿਖਾਇਆ। ਬਾਣੀ ਪੜਨ ਵਾਲਾ ਵੀ ਮਾਨ ਨਾਲ ਅੱਜ ਕਵੇ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ। ਬਾਣੀ ਪੜਨ ਵਾਲਾ ਸਿੱਖ ਅੱਜ ਕਹੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਆਪਣੀ ਜ਼ਿੰਦਗੀ ਦਾ ਗੁਣ ਕਮਾਣੇ ਪੈਣੇ ਨੇ ਜੇ ਚੜ੍ਹਦੀ ਕਲਾ ਵਾਲਾ ਮਾਣ ਅੱਜ ਪਿਆਰਿਆ ਤੂੰ ਵੀ ਪ੍ਰਾਪਤ ਕਰਨਾ ਚਾਹੁੰਦਾ। ਕਲਾ ਬਾਹਰੀ ਚੜ੍ਹਦੀ ਕਲਾ ਕਹਿਣ ਨਾਲ ਗੱਲ ਨਹੀਂ ਨਿਬੜ ਜਾਣੀ। ਅੰਦਰੋਂ ਗੁਣਕਾਰੀ ਜੀਵਨ ਬਣਾ ਕੇ ਚੜ੍ਹਦੀ ਕਲਾ ਦੇ ਸ਼ਬਦ ਨੂੰ ਕਮਾਉਣਾ ਪੈਣਾ ਹੈ। ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਕਮਾਇਆ, ਭਾਈ ਬਚਿੱਤਰ ਸਿੰਘ ਵਰਗਿਆਂ ਦੇ ਜੀਵਨ ਨੂੰ ਜਦੋਂ ਪੜ੍ਹੀਏ ਪਿਆਰਿਓ, ਜਦੋਂ ਨਾਗਨੀ ਬਰਸ਼ੇ ਦੇ ਨਾਲ ਹਾਥੀ ਦਾ, ਮਸਤ ਹਾਥੀ ਦਾ ਮੁਕਾਬਲਾ ਕੀਤਾ, ਸ਼ਰਾਬ ਨਾਲ ਰੱਜਿਆ ਹਾਥੀ ਧੁੱਤ ਹੋਇਆ ਜਦੋਂ ਆਉਂਦਾ ਪਿਆ, ਮਸਤ ਹਾਥੀ ਦਾ ਮੂੰਹ ਮੋੜ ਕੇ ਰੱਖ ਦਿੱਤਾ ਨਾਗਨੀ ਬਰਸ਼ੇ ਦੇ ਨਾਲ। ਪਰ ਵੇਖਣ ਵਾਲੇ ਹੈਰਾਨ ਹੋ ਗਏ। ਵੇਖਣ ਵਾਲਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਕਹਿੰਦੇ ਕਿੱਦਾਂ ਹਾਥੀ ਦਾ ਮੁਕਾਬਲਾ ਕਰ ਲਿਆ। ਭਾਈ ਬਚਿੱਤਰ ਸਿੰਘ ਨੂੰ ਸਿੱਖ ਪੁੱਛਦੇ ਨੇ, ਪਰ ਭਾਈ ਬਚਿੱਤਰ ਸਿੰਘ ਚੜ੍ਹਦੀ ਕਲਾ ਦੇ ਸੂਰਮੇ ਪਤਾ ਕਹਿੰਦੇ ਨੇ, ਉਹ ਪਿਆਰਿਓ ਸਿੱਖੋ, ਤੁਸੀਂ ਮੇਰਾ ਸਰੀਰ ਵੇਂਦੇ ਪਏ ਹੋ, ਤੁਸੀਂ ਮੇਰਾ ਹਥਿਆਰ ਵੇਂਦੇ ਪਏ ਹੋ, ਤੁਸੀਂ ਮੇਰੇ ਕਲਗੀਧਰ ਦਾ ਥਾਪੜਾ ਨਹੀਂ ਵੇਂਦੇ ਪਏ ਕਿ ਜਦੋਂ ਮੈਂ ਚੱਲਿਆ ਸਾਣਾ ਮੇਰੇ ਕਲਗੀਧਰ ਪਾਤਸ਼ਾਹ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਸੀ ਮਿਹਰ ਵਾਲਾ। ਉਹਦੀ ਮਿਹਰ ਦੀ ਕਿਰਪਾ ਸਦਕਾ, ਉਹਦੀ ਬਖਸ਼ੀ ਸਦਕਾ ਮੈਂ ਆਪਣੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ 'ਚ ਰਿਹਾ ਵਾਂ। ਮੈਂ ਘਬਰਾਇਆ ਨਹੀਂ। ਹਾਥੀ ਦਾ ਕੀ, ਮੈਂ ਤਾਂ ਹਾਥੀ ਤੋਂ ਵੀ ਕੋਈ ਵੱਡਾ ਜਾਨਵਰ ਆ ਜਾਂਦਾ ਉਹਦਾ ਵੀ ਮੁਕਾਬਲਾ ਕਰ ਲੈਂਦਾ ਸੀ। ਮੈਂ ਹਥਿਆਰ ਨਹੀਂ ਵੇਖਿਆ, ਮੈਂ ਸਰੀਰ ਨਹੀਂ ਵੇਖਿਆ, ਮੈਂ ਗੁਰੂ ਦੀ ਕਿਰਪਾ ਵੇਖੀ। ਜਿੱਥੋਂ ਮੈਨੂੰ ਚੜ੍ਹਦੀ ਕਲਾ ਮਿਲੀ, ਜਿੱਥੋਂ ਮੈਨੂੰ ਬਹਾਦਰੀ ਮਿਲੀ, ਜਿੱਥੋਂ ਮੈਨੂੰ ਅੰਦਰ ਦੀ ਦ੍ਰਿੜਤਾ ਮਿਲੀ, ਜਿੱਥੋਂ ਮੈਨੂੰ ਸੂਰਮੇ ਦੇ ਗੁਣ ਪ੍ਰਾਪਤ ਹੋਏ, ਉਹ ਮੇਰਾ ਗੁਰੂ ਸੂਰਮਾ ਹੈ। ਜਦੋਂ ਉਹਦੇ ਸਿਰ ਤੇ ਗੁਰੂ ਬਖਸ਼ੀਸ਼ ਕਰ ਦਿੰਦਾ ਹੈ, ਜਿੰਦੇ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ, ਉਹਦੀ ਜ਼ਿੰਦਗੀ 'ਚ ਕਦੀ ਢਹਿੰਦੀ ਕਲਾ ਆਉਂਦੀ ਨਹੀਂ। ਤੇ ਮੈਂ ਗੁਰੂ ਦੀ ਕਿਰਪਾ ਮੰਗਣਾ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਦੁੱਖ ਨਹੀਂ ਆਉਣਗੇ। ਚੜ੍ਹਦੀ ਕਲਾ ਨੂੰ ਕਮਾਉਣ ਵਾਲਾ ਭਾਈ ਬਚਿੱਤਰ ਸਿੰਘ ਕਹਿੰਦਾ, ਗੁਰੂ ਦੀ ਬਖਸ਼ੀਸ਼ ਵੇਖਿਓ। ਉਹ ਪਿਆਰਿਓ, ਗੁਰੂ ਦੀ ਰਹਿਮਤ ਵੇਖਿਓ। ਜਿਨ੍ਹਾਂ ਨੇ ਗੁਰੂ ਦੀ ਰਹਿਮਤ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲਿਆ, ਉਹ ਚੜ੍ਹਦੀ ਕਲਾ 'ਚ ਰਹੇਗਾ। ਉਹ ਸਦਾ ਗੱਜੇਗਾ, ਉਹ ਭੱਜੇਗਾ ਨਹੀਂ। ਭੱਜਣ ਵਾਲਾ ਵੀ ਹੈਗਾ ਸੀ, ਦੁਨੀ ਚੰਦ ਵਰਗੇ ਭੱਜ ਗਏ, ਪਰ ਗੱਜਣ ਵਾਲਾ ਬਹਾਦਰ ਸੂਰਮਾ ਅੱਜ ਮਸਤ ਹਾਥੀ ਦੇ ਨਾਲ ਮੁਕਾਬਲਾ ਕਰਦਾ ਪਿਆ। ਆਹ ਪਿਆਰਿਆ, ਭੱਜਣ ਵਾਲੇ ਪਤਾ ਕਿੱਦਾਂ ਦੇ ਸਨ?
ਭੱਜਣ ਵਾਲੇ ਬਹੁਤ ਸਨ। ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ, ਅਜੂ ਬਕਾਰ ਨਾ ਛੋਟੀ ਪਾਪੀ ਮਨ ਮੰਦਾ। ਇਹ ਭੱਜਣ ਵਾਲੇ ਸਨ। ਕਿਉਂ ਛੁਟੋ ਕੈਸੇ ਤਰੋ ਭਵਜਨ ਦੇ ਭਾਰੀ, ਰਾਖ ਰੱਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਇਹ ਭੱਜਣ ਵਾਲਿਆਂ ਦੀ ਗਿਣਤੀ ਚ ਸਨ। ਭੱਜ ਗਏ। ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ। ਜਿਹੜੇ ਗੱਜਣ ਵਾਲੇ ਸਨ ਨਾ, ਉਹ ਮਾਂ ਨਾਲ ਕਹਿੰਦੇ ਸਨ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਜਿਹੜੇ ਚੜ੍ਹਦੀ ਕਲਾ ਸਨ, ਅੰਦਰੇ ਤ੍ਰਿਭਵਨ ਸੁਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਜੀਤਾ। ਆਹ ਚੜ੍ਹਦੀ ਕਲਾ, ਪਿੰਗਲ ਪਰਬਤ ਪਾਰ ਪਰੇ। ਅੱਜ ਬਰਿਆਈਆਂ ਵਾਲੇ ਪਹਾੜਾਂ ਨੂੰ ਪਾਰ ਕਰ ਗਿਆ। ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ, ਇਹਨਾਂ ਬੁਰਾਈਆਂ ਦੀਆਂ ਕਠਿਨਾਈਆਂ ਜਿਹੜੀਆਂ ਕਿ ਮੇਰੇ ਸਾਹਮਣੇ ਖਲੋਤੀਆਂ ਸਨ, ਮੈਂ ਆਪਣੇ ਗੁਰੂ ਕੋਲ ਗੁਣ ਲੈ ਕੇ ਆਪਣੇ ਜੀਵਨ ਨੂੰ ਉੱਚਾ ਬਣਾ ਕੇ, ਗੁਣਾਂ ਵਾਲਾ ਬਣਾ ਕੇ ਇਹਨਾਂ ਬੁਰਾਈਆਂ ਤੋਂ, ਕਠਿਨਾਈਆਂ ਤੋਂ ਪਾਰ ਹੋ ਗਿਆ। ਜਿਨ੍ਹਾਂ ਵਿੱਚ ਮੈਂ ਪਿੰਗਲਾ ਹੋਇਆ ਪਿਆ ਸਾਂ, ਲੂਲਾ ਹੋਇਆ ਪਿਆ ਸਾਂ, ਜਿੰਦੇ 'ਚ ਮੈਨੂੰ ਚੱਲਣਾ ਨਹੀਂ ਸੀ ਆਉਂਦਾ। ਪਰ ਜਦੋਂ ਚੜ੍ਹਦੀ ਕਲਾ ਗੁਰੂ ਕੋਲ ਮਿਲੀ ਨਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਇੱਥੋਂ ਚੜ੍ਹਦੀ ਕਲਾ ਦੀ ਤਾਕਤ ਮਿਲਦੀ। ਆਹ ਪਿਆਰਿਆ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਗੁਣਾਂ ਨੂੰ ਕਮਾਈ ਆਪਣੀ ਜ਼ਿੰਦਗੀ ਵਿੱਚ। ਅਰਦਾਸ ਕਰੀ ਆਪਣੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਵਾਲੇ ਗੁਣਾਂ ਨੂੰ ਕਮਾ ਕੇ ਵਿਖਾਏ। ਸਦਾ ਲਈ ਜਿੱਥੋਂ ਬਾਹਰੋਂ ਤਾਕਤਵਰ ਬਣਨਾ, ਉੱਥੇ ਅੰਦਰੋਂ ਵੀ ਤਾਕਤਵਰ ਬਣ ਕੇ ਵਿਖਾਈ। ਔਰ ਇਹਨਾਂ ਮੁਸ਼ਕਲਾਂ ਦੇ ਨਾਲ ਲੜਨ ਦੀ ਤਾਕਤ ਆਪਣੇ ਗੁਰੂ ਕੋਲ ਨਹੀਂ। ਗੁਰੂ ਨਾਨਕ ਨੇ ਦੁਨੀਆ ਦੇ ਵਿੱਚ ਕਿੱਦਾਂ ਗੱਜਣਾ ਸੀ, ਇਹ ਭਲੀ ਬਾਤ ਆਪਣੀ ਬਾਣੀ ਵਿੱਚ ਵਿਖਾ ਦਿੱਤਾ। ਭੱਜਣ ਵਾਲੇ ਨੂੰ ਗੁਰੂ ਨਾਨਕ ਨੇ ਸਿੱਖ ਨਹੀਂ ਮੰਨਿਆ, ਗੱਜਣ ਵਾਲੇ ਨੂੰ ਚੜ੍ਹਦੀ ਕਲਾ ਦਾ ਮਹਾਨ ਸੂਰਮਾ ਮੰਨਿਆ ਹੈ। ਤੇ ਜਿਹੜਾ ਇਹਨਾਂ ਮੁਸ਼ਕਲਾਂ ਦਾ ਮੁਕਾਬਲਾ ਕਰਦਾ ਹੈ, ਗੁਰੂ ਨਾਨਕ ਨੂੰ ਕੰਠ ਲਗਾਏ, ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਉਹ ਪਿਆਰ ਤੇ ਮੁੱਢ ਕਦਮੀਆਂ ਦਾ ਸੁਭਾਅ ਗੁਰੂ ਦਿੰਦਾ ਹੈ। ਆਓ ਮੇਰੇ ਮਾਲਕ ਜੀ ਕਿਰਪਾ ਕਰਨ, ਸਾਡੇ ਅੰਦਰ ਵੀ ਚੜ੍ਹਦੀ ਕਲਾ ਦੇ ਗੁਣ ਆਉਣ। ਅਰਦਾਸ ਕਰਿਓ, ਨਾਨਕ ਨਾਮ ਚੜ੍ਹਦੀ ਕਲਾ। ਤੇਰੀ ਨਾਮ ਦੀ ਬਰਕਤ ਨਾਲ ਮੇਰੇ ਜੀਵਨ ਵਿੱਚ ਚੜ੍ਹਦੀ ਕਲਾ ਰਵੇ। ਚੜ੍ਹਦੀ ਕਲਾ ਮੰਗਣ ਵਾਲਾ ਕਹਿੰਦਾ ਸੀ, ਮਾਂ ਨਾਲ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਾਹਿਬ ਜੀ ਕਿਰਪਾ ਕਰ, ਲੋਕ ਸੁਖੀਏ ਪਰਲੋਕ ਸੁਖਦੇ, ਨਾਨਕ ਕਰ ਪ੍ਰਭਾਪੇ ਵਿੱਚ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ਤਾ ਪ੍ਰਵਾਨ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।